Economics. Economic is the study of production, distribution, and consumption of goods and services. ਇਕਨੋਮਿਕਸ ਕੀ ਹੈ? ਇਹਦੇ ਵਿੱਚ ਅਸੀਂ ਸਟੱਡੀ ਕਰਦੇ ਹਾਂ ਕਿੰਨੀ ਪ੍ਰੋਡਕਸ਼ਨ ਹੋਈ, ਕਿੰਨਾ ਅਸੀਂ ਡਿਸਟਰੀਬਿਊਟ ਕਰ ਰਹੇ ਹਾਂ, ਕਿੰਨੀ ਕੰਜ਼ੰਪਸ਼ਨ ਹੋ ਰਹੀ ਹੈ ਗੁੱਡਸ ਦੀ, ਉਸ ਤੋਂ ਬਾਅਦ ਸਰਵਿਸਿਜ਼ ਦੀ। ਠੀਕ ਹੈ, ਉਸ ਤੋਂ ਬਾਅਦ ਜਿਹੜਾ ਇਕਨੋਮਿਕਸ ਵਰਡ ਹੈ ਇਹ ਦੋ ਗ੍ਰੀਕ ਵਰਡਸ ਤੋਂ ਮਿਲ ਕੇ ਬਣਿਆ ਹੈ, ਓਈਕੋਸ ਐਂਡ ਨੋਮੋਸ। ਜਿਹੜਾ ਵਰਡ ਓਈਕੋਸ ਹੈ ਉਹਦਾ ਮੀਨਿੰਗ ਹੈ ਹਾਊਸ, ਜਿਹੜਾ ਵਰਡ ਨੋਮੋਸ ਹੈ ਉਹਦਾ ਮੀਨਿੰਗ ਹੈ ਅਕਾਊਂਟਸ। ਤਾਂ ਇਕਨੋਮਿਕਸ ਕੀ ਹੈ? ਥਿਊਰੀ ਐਂਡ ਇਕੋਨੋਮੀ ਮੀਨਸ ਇੰਪਲੀਮੈਂਟੇਸ਼ਨ ਇਨ ਰੀਅਲ ਲਾਈਫ। ਟੂ ਟਾਈਪਸ ਦੀ ਕੀ ਹੈ ਇਕਨੋਮਿਕਸ ਹੈ, ਮਾਈਕਰੋ ਇਕਨੋਮਿਕਸ ਅਤੇ ਮੈਕਰੋ ਇਕਨੋਮਿਕਸ। ਮਾਈਕਰੋ ਮਤਲਬ ਛੋਟੇ ਲੈਵਲ 'ਤੇ ਇਹਦੇ ਵਿੱਚ ਇਕਨੋਮਿਕਸ ਦੀ ਗੱਲ ਕੀਤੀ ਜਾਂਦੀ ਹੈ, ਮਤਲਬ ਇੰਡੀਵਿਜੂਅਲ ਗਰੁੱਪਸ, ਠੀਕ ਹੈ, ਜਾਂ ਫਿਰ ਕੰਪਨੀ ਲੈਵਲ 'ਤੇ। ਇਹਦੇ ਵਿੱਚ ਕੀ ਹੈ ਇੱਕ ਸਟੇਟ 'ਤੇ ਬੇਸਡ, ਜਿਵੇਂ ਸਟੇਟ ਦੇ ਵਿੱਚ ਕਈ ਕੰਪਨੀਜ਼ ਹੁੰਦੀਆਂ ਨੇ, ਸਟੇਟ ਦੀ ਕੋਈ ਆਪਦੀ ਕੰਪਨੀ, ਉਹ ਛੋਟੇ ਲੈਵਲ 'ਤੇ ਗੱਲ ਵਗ ਜਾਂਦੀ ਹੈ। ਮਾਈਕਰੋ ਇਕਨੋਮਿਕਸ ਦੇ ਵਿੱਚ ਮੈਕਰੋ ਇਕਨੋਮਿਕਸ ਦੇ ਇੱਕ ਕੀ ਹੈ ਕੰਟਰੀ ਲੈਵਲ ਤੱਕ ਜਾਂਦੀ ਹੈ। ਇਹਦੇ ਵਿੱਚ ਜਿਹੜੀ ਇਕਨੋਮਿਕਸ ਹੈ ਉਹਦੇ ਵਿੱਚ ਅਸੀਂ ਦੇਖਦੇ ਹਾਂ, ਉਹਦੀ ਸਟੱਡੀ ਕਰਦੇ ਹਾਂ। ਉਸ ਤੋਂ ਬਾਅਦ ਟਾਈਪਸ ਆਫ ਗੁੱਡਸ ਕਿੰਨੀ ਟਾਈਪ ਦੇ ਹੁੰਦੇ ਨੇ? ਦੋ ਟਾਈਪ ਦੇ ਨੇ, ਇਲਾਸਟਿਕ ਗੁੱਡਸ, ਇਨਇਲਾਸਟਿਕ ਗੁੱਡਸ। ਪਹਿਲਾ ਹੈਗੇ ਇਲਾਸਟਿਕ ਗੁੱਡਸ, ਦ ਚੇਂਜ ਇਨ ਪ੍ਰਾਈਸ ਕਾਜ਼ਜ਼ ਆ ਬਿਗਰ ਪਰਸੈਂਟੇਜ ਚੇਂਜ ਇਨ ਡਿਮਾਂਡ। ਜਿਵੇਂ ਕੀ ਹੈ ਡਿਮਾਂਡ ਦੇ ਵਿੱਚ ਵਾਧਾ ਹੋਈ ਜਾਊਗਾ, ਉਸੇ ਤਰੀਕੇ ਨਾਲ ਕੀ ਹੈ ਇਹਦੀ ਡਿਮਾਂਡ ਹੋਏਗੀ ਤਾਂ ਇਹਦੇ ਵਿੱਚ ਅਸੀਂ ਓਨੀ ਜ਼ਿਆਦਾ ਕੀ ਹੈ ਪ੍ਰੋਡਕਸ਼ਨ ਵਧੀ ਜਾਊਗੀ। ਤਾਂ ਇਹ ਕੀ ਹੈ ਡਿਮਾਂਡ 'ਤੇ ਡਿਪੈਂਡ ਕਰਦਾ, ਉਹਨੇ ਕੀ ਹੈ ਇਹ ਜ਼ਿਆਦਾ ਅਸੀਂ ਪ੍ਰੋਡਿਊਸ ਕਰਾਂਗੇ। ਇਨਇਲਾਸਟਿਕ ਚੇਂਜ ਇਨ ਪ੍ਰਾਈਸ ਕਾਜ਼ਜ਼ ਅ ਸਮੋਲਰ ਪਰਸੈਂਟੇਜ ਚੇਂਜ ਇਨ ਡਿਮਾਂਡ ਕੀ ਹੈ ਇਹਦੇ ਨਾਲ ਚੇਂਜ ਹੁੰਦੀ ਹੈ ਜੇ ਅਸੀਂ ਪ੍ਰਾਈਸ ਦੇ ਵਿੱਚ ਥੋੜ੍ਹਾ ਘੱਟ ਕਰਦੇ ਹਾਂ। ਠੀਕ ਹੈ, ਜੇ ਅਸੀਂ ਪ੍ਰਾਈਸ ਇਹਦਾ ਮਤਲਬ ਜਿਵੇਂ ਹੁਣ ਇੱਕ ਇਲਾਸਟਿਕ ਹੈ, ਜੇ ਤੁਸੀਂ ਉਹਨੂੰ ਖਿੱਚੀ ਜਾਓਗੇ ਮਤਲਬ ਉਹਦੀ ਡਿਮਾਂਡ ਵਧਾਈ ਜਾਓਗੇ, ਠੀਕ ਹੈ, ਤਾਂ ਉਹਦੇ ਵਿੱਚ ਕੀ ਹੈ ਬਿਗਰ ਪਰਸੈਂਟੇਜ ਚੇਂਜਿਸ ਆਉਣਗੇ। ਜੇ ਅਸੀਂ ਉਹਨੂੰ ਘੱਟ ਮਾਤਰਾ ਦੇ ਵਿੱਚ ਇਲਾਸਟਿਕ ਨੂੰ ਖਿੱਚਦੇ ਹਾਂ ਤਾਂ ਕੀ ਉਹ ਜਾਂ ਖਿੱਚਦੇ ਹੀ ਨਹੀਂ ਐਂ ਪਿਆ ਇਲਾਸਟਿਕ, ਤਾਂ ਕੀ ਉਹਦੇ ਵਿੱਚ ਉਹਦੀ ਡਿਮਾਂਡ ਦੇ ਵਿੱਚ ਘੱਟ ਪਰਸੈਂਟੇਜ ਸਮੋਲਰ ਪਰਸੈਂਟੇਜ ਦੇ ਵਿੱਚ ਕੀ ਆਉਣਗੇ ਚੇਂਜਿਸ ਆਉਣਗੇ। ਠੀਕ ਹੈ, ਇਸ ਤਰੀਕੇ ਨਾਲ ਇਹ ਇਲਾਸਟਿਕ ਗੁੱਡ ਅਤੇ ਇਨਇਲਾਸਟਿਕ ਗੁੱਡਸ ਨੇ। ਠੀਕ ਹੈ, ਉਸ ਤੋਂ ਬਾਅਦ 3 ਸੈਕਟਰਸ ਹੁੰਦੇ ਨੇ ਇਕਨੋਮੀ ਦੇ, ਪ੍ਰਾਇਮਰੀ ਸੈਕਟਰ, ਸੈਕੰਡਰੀ ਸੈਕਟਰ ਅਤੇ ਟਰਸ਼ਰੀ ਸੈਕਟਰ। ਪ੍ਰਾਇਮਰੀ ਸੈਕਟਰ ਦੇ ਵਿੱਚ ਕੀ ਆਉਂਦਾ ਐਕਸਟ੍ਰੈਕਸ਼ਨ ਆਫ ਰਾ ਮਟੀਰੀਅਲ, ਜੇ ਇਹਦੇ ਕੀ ਕੱਚੇ ਮਾਲ ਦੀ ਗੱਲ ਕੀਤੀ ਜਾਂਦੀ ਹੈ, ਜਿਵੇਂ ਕਿ ਖੇਤਾਂ ਦੇ ਵਿੱਚ ਕਣਕ ਹੈ ਜਿਹੜੀ ਉਗਾਈ ਜਾਂਦੀ ਹੈ, ਉਹ ਉਗਾਉਂਦੇ ਨੇ ਜਿਹੜੇ ਵੀ ਲੋਕ, ਠੀਕ ਹੈ, ਉਹ ਕਿਹੜੇ ਪ੍ਰਾਇਮਰੀ ਸੈਕਟਰ ਦੇ ਵਿੱਚ ਆਉਂਦੇ ਨੇ। ਉਸ ਤੋਂ ਬਾਅਦ ਸੈਕੰਡਰੀ ਸੈਕਟਰ ਦੇ ਵਿੱਚ ਮੈਨੂਫੈਕਚਰਿੰਗ ਹੁੰਦੀ ਹੈ, ਉਹ ਜਿਹੜੇ ਮੈਨੂਫੈਕਚਰ ਕਰਦੇ ਉਹ ਸੈਕੰਡਰੀ ਸੈਕਟਰ ਦੇ ਵਿੱਚ ਆਉਂਦੇ ਨੇ। ਟਰਸ਼ਰੀ ਸੈਕਟਰ ਦੇ ਵਿੱਚ ਕਿਹੜੇ ਆਉਂਦੇ ਨੇ? ਜਿਹੜਾ ਕੀ ਹੈ ਇਹ ਮੈਨੂਫੈਕਚਰ ਹੋਈ ਚੀਜ਼ ਨੂੰ ਟਰਾਂਸਪੋਰਟ ਕਰਦੇ ਨੇ, ਡਿਸਟਰੀਬਿਊਟ ਕਰਦੇ ਨੇ, ਸੇਲ ਆਫ ਗੁੱਡਸ ਪ੍ਰੋਡਕਟ ਇਨ ਦੀ ਸੈਕੰਡਰੀ ਸੈਕਟਰ, ਅਤੇ ਵੇਚਦੇ ਨੇ, ਇਹ ਲੋਕਾਂ ਤੱਕ ਲੈ ਕੇ ਜਾਂਦੇ ਨੇ, ਉਹ ਟਰਸ਼ਰੀ ਸੈਕਟਰ ਤੱਕ ਵਿੱਚ ਆਉਂਦੇ ਨੇ। ਠੀਕ ਹੈ, ਉਸ ਤੋਂ ਬਾਅਦ ਕੁਝ ਇੰਪੋਰਟੈਂਟ MCQs ਨੇ। ਸਭ ਤੋਂ ਪਹਿਲਾਂ ਹੈਗਾ ਪ੍ਰਾਇਮਰੀ ਸੈਕਟਰ ਇਜ਼ ਆਲਸੋ ਕਾਲਡ ਐਗਰੀਕਲਚਰ ਐਂਡ ਅਲਾਈਡ ਸੈਕਟਰ। ਪ੍ਰਾਇਮਰੀ ਸੈਕਟਰ ਨੂੰ ਕੀ ਐਗਰੀਕਲਚਰ ਐਂਡ ਅਲਾਈਡ ਸੈਕਟਰ ਕਹਿੰਦੇ ਨੇ। ਪੀਪਲ ਇਨਵੋਲਵ ਇਨ ਪ੍ਰਾਇਮਰੀ ਸੈਕਟਰ ਆਰ ਨੋਨ ਐਜ਼ ਰੈੱਡ ਕਲਾਰ ਵਰਕਰਸ। ਸੈਕੰਡਰੀ ਸੈਕਟਰ ਇਜ਼ ਆਲਸੋ ਕਾਲਡ ਇੰਡਸਟਰੀਅਲ ਸੈਕਟਰ, ਅਤੇ ਐਜ਼ ਮੈਨੂਫੈਕਚਰਿੰਗ ਇਜ਼ ਡਨ ਬਾਈ ਇੰਡਸਟਰੀਜ਼, ਕਿਉਂਕਿ ਜਿਹੜੀ ਇਹਦੇ ਵਿੱਚ ਕੀ ਮੈਨੂਫੈਕਚਰਿੰਗ ਕੀਤੀ ਜਾਂਦੀ ਹੈ ਇੰਡਸਟਰੀ ਦੇ ਦੁਆਰਾ। ਉਸ ਤੋਂ ਬਾਅਦ ਆਉਂਦਾ ਟਰਸ਼ਰੀ ਸੈਕਟਰ। ਟਰਸ਼ਰੀ ਸੈਕਟਰ ਨੂੰ ਕੀ ਸਰਵਿਸ ਸੈਕਟਰ ਵੀ ਕਹਿੰਦੇ ਨੇ, ਕਿਉਂਕਿ ਇਹ ਲੋਕਾਂ ਨੂੰ ਕੀ ਹੈ ਸੇਵਾਵਾਂ ਦਿੰਦਾ ਹੈ। ਵਾਈ ਸਰਵਿਸ ਇਜ਼ ਆਲਸੋ ਕਾਰ ਇੰਟੈਂਜੀਬਲ ਗੁੱਡਸ। ਇਹਨਾਂ ਨੂੰ ਇੰਟੈਂਜੀਬਲ ਗੁੱਡਸ ਕਿਉਂ ਕਿਹਾ ਜਾਂਦਾ ਹੈ? ਕਿਉਂਕਿ ਅਸੀਂ ਇਹਨਾਂ ਨੂੰ ਟੱਚ ਨਹੀਂ ਕਰ ਸਕਦੇ, ਫੀਲ ਕਰ ਸਕਦੇ ਹਾਂ। ਜਿਹੜੀ ਸਾਨੂੰ ਸੇਵਾਵਾਂ ਮਿਲਦੀਆਂ ਨੇਗੀਆਂ ਉਹ ਅਸੀਂ ਉਹਨਾਂ ਨੂੰ ਸਿਰਫ ਫੀਲ ਕਰ ਸਕਦੇ ਹਾਂ। ਉਸ ਤੋਂ ਬਾਅਦ ਪੀਪਲ ਇਨਵੋਲਵਡ ਇਨ ਸੈਕੰਡਰੀ ਸੈਕਟਰ ਇਜ਼ ਨੋਨ ਐਜ਼ ਬਲੂ ਕਲਾਰ, ਅਤੇ ਪੀਪਲ ਇਨਵੋਲਵਡ ਇਨ ਟਰਸ਼ਰੀ ਸੈਕਟਰ ਉਹਨਾਂ ਨੂੰ ਵਾਈਟ ਕਲਾਰ ਕਹਿੰਦੇ ਨੇ। ਜਿਹੜੇ ਪ੍ਰਾਇਮਰੀ ਸੈਕਟਰ ਦੇ ਵਿੱਚ ਪੀਪਲ ਕੰਮ ਕਰਦੇ ਹੈ, ਪ੍ਰਾਇਮਰੀ ਦੇ ਵਿੱਚ ਕੰਮ ਕਰਦੇ ਉਹਨੂੰ ਰੈੱਡ ਕਲਾਰ ਵਰਕਰ ਕਹਿੰਦੇ ਨੇ, ਜਿਹੜੇ ਸੈਕੰਡਰੀ ਵਿੱਚ ਕੰਮ ਕਰਦੇ ਉਹਨਾਂ ਨੂੰ ਬਲੂ ਕਲਾਰ ਵਰਕਰ ਕਹਿੰਦੇ ਨੇ, ਅਤੇ ਜਿਹੜਾ ਟਰਸ਼ਰੀ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਨੂੰ ਵਾਈਟ ਕਲਾਰ ਕਹਿੰਦੇ ਨੇ। ਵਿਚ ਸੈਕਟਰ ਇਜ਼ ਮੋਸਟ ਇੰਪੋਰਟੈਂਟ ਫॉर ਇਕੋਨੋਮੀ? ਸੈਕੰਡਰੀ ਸੈਕਟਰ ਮੋਸਟ ਇੰਪੋਰਟੈਂਟ ਹੈ ਬਿਕੋਜ਼ ਇਟ ਕਨਵਰਟ ਦਾ ਰਾ ਮਟੀਰੀਅਲ ਇਨਟੂ ਕੋਸਟਲੀ ਗੁੱਡਸ ਐਂਡ ਇਕੋਨੋਮੀ ਸਰਵਿਸ। ਵਿਚ ਸੈਕਟਰ ਇਜ਼ ਡੋਮੀਨੈਂਟ ਇਨ ਇੰਡੀਆਜ਼ GDP? ਇੰਡੀਆ ਦੀ GDP ਦੇ ਵਿੱਚ ਕਿਹੜਾ ਸੈਕਟਰ ਸਭ ਤੋਂ ਵੱਧ ਹਿੱਸਾ ਪਾਉਂਦਾ ਹੈਗਾ? ਸਰਵਿਸ ਸੈਕਟਰ। ਸਰਵਿਸ ਸੈਕਟਰ ਨੂੰ ਅਸੀਂ ਹੋਰ ਕੀ ਕਹਿੰਦੇ ਹਾਂ? ਟਰਸ਼ਰੀ ਸੈਕਟਰ। ਠੀਕ ਹੈ, ਉਸ ਤੋਂ ਬਾਅਦ ਇਹਦੇ ਥੋੜ੍ਹੇ ਹੋਰ ਪੁਆਇੰਟ ਹੈ, ਜਿਵੇਂ ਡਿਵੈਲਪਡ ਕੰਟਰੀਜ਼ ਦੇ ਵਿੱਚ ਟਰਸ਼ਰੀ ਸੈਕਟਰ ਸਭ ਤੋਂ ਵੱਧ ਹਿੱਸਾ ਪਾਉਂਦਾ ਹੈ, ਡਿਵੈਲਪਿੰਗ ਕੰਟਰੀਜ਼ ਦੇ ਵਿੱਚ ਇੰਡਸਟਰੀਅਲ ਸੈਕਟਰ, ਅਤੇ ਇਨ ਅੰਡਰ ਡਿਵੈਲਪਡ ਕੰਟਰੀਜ਼ ਉਹਨਾਂ ਦੇ ਵਿੱਚ ਐਗਰੀਕਲਚਰ।
ਇੰਡਸਟਰੀਅਲ ਰੈਵੋਲਿਊਸ਼ਨ ਫਸਟ ਟਾਈਮ ਕਿੱਥੇ ਆਇਆ ਸੀ? ਇੰਗਲੈਂਡ ਦੇ ਵਿੱਚ। ਉਸ ਤੋਂ ਬਾਅਦ ਇਕੋਨੋਮੀ ਹੈ ਜਿਹੜੀ 3 ਟਾਈਪ ਦੀ ਹੈ, ਸਕਾਲਿਸਟ ਇਕਨੋਮੀ, ਕੈਪੀਟਲਿਸਟ ਇਕਨੋਮੀ ਅਤੇ ਮਿਕਸਡ ਇਕਨੋਮੀ। ਅਤੇ ਮੈਂ ਤੁਹਾਨੂੰ ਇਹਨਾਂ ਤਿੰਨਾਂ ਦੇ ਵਿੱਚ ਦੱਸਦਾ, ਇੰਡੀਆ ਦੇ ਵਿੱਚ ਕੀ ਹੈ, ਮਿਕਸਡ ਇਕਨੋਮੀ ਪਾਈ ਜਾਂਦੀ ਹੈ, ਠੀਕ ਹੈ। ਉਸ ਤੋਂ ਬਾਅਦ ਸਕਾਲਿਸਟ ਇਕਨੋਮੀ ਦੇ ਵਿੱਚ ਕੀ ਹੁੰਦੇ, ਇਹਦੇ ਵਿੱਚ ਮੈਂਸ਼ਨਡ ਇਨ ਦਾਸ ਕੈਪੀਟਲ ਬੁੱਕ ਬਾਏ ਕਾਰਲ ਮਾਰਕਸ ਓਨਡ ਬਾਏ ਦਾ ਗੌਰਮੈਂਟ। ਜਿਹੜੀ ਫੇਮਸ ਬੁੱਕ ਹੈਗੀ ਦਾਸ ਕੈਪੀਟਲ ਬੁੱਕ, ਇਹ ਕਾਰਲ ਮਾਰਕਸ ਨੇ ਲਿਖੀ ਹੈ, ਠੀਕ ਹੈ। ਉਹ ਸਕਾਲਿਸਟ ਇਕਨੋਮੀ ਦੇ ਅੰਡਰ ਆਉਂਦੀ ਹੈ। ਇਹਦੇ ਵਿੱਚ ਕੀ ਹੈ, ਕੀ ਪ੍ਰੋਡਿਊਸ ਕਰਨਾ ਹੈ, ਕਿੰਨਾ ਪ੍ਰੋਡਿਊਸ ਕਰਨਾ ਹੈ, ਇਹ ਸਾਰਾ ਕੁਛ ਕਿਹਦੇ ਹੱਥ ਵਿੱਚ ਹੁੰਦਾ, ਗੌਰਮੈਂਟ ਦੇ ਹੱਥ ਵਿੱਚ ਹੁੰਦਾ। ਜਿਵੇਂ ਗੌਰਮੈਂਟ ਕਹੂਗੀ ਉਸ ਦੇ ਤਰੀਕੇ ਨਾਲ ਹੀ ਕੀ ਹੈ ਪ੍ਰੋਡਕਸ਼ਨ ਹੋਊਗੀ। ਚਾਈਨਾ ਦੇ ਵਿੱਚ, ਚਾਈਨਾ ਇੱਕ ਹੀ ਹੈ ਐਗਜ਼ਾਮਪਲ ਹੈ ਸਕਾਲਿਸਟ ਇਕਨੋਮੀ ਦੀ। ਉਸ ਤੋਂ ਬਾਅਦ ਹੈ ਕੈਪੀਟਲਿਸਟ ਇਕਨੋਮੀ। ਪ੍ਰਾਈਵੇਟ ਸੈਕਟਰ ਪਲੇਜ਼ ਮੇਨ ਰੋਲ, ਪੋਲਿਸੀਜ਼ ਆਰ ਫਾਰਮੂਲੇਟਡ ਬਾਏ ਦਾ ਗੌਰਮੈਂਟ। ਕੈਪੀਟਲਿਸਟ ਇਕਨੋਮਿਕ ਦੇ ਵਿੱਚ ਕੀ ਹੈਗਾ, ਰੂਲ ਤਾਂ ਬਣਾਉਂਦੀ ਹੈਗੀ ਗੌਰਮੈਂਟ ਬਣਾਉਂਦੀ ਹੈ, ਪਰ ਸਾਰੀ ਪ੍ਰੋਡਕਸ਼ਨ ਹੈ ਉਹ ਪ੍ਰਾਈਵੇਟ ਸੈਕਟਰ ਦੇ ਅਕੋਰਡਿੰਗ ਹੀ ਹੁੰਦੀ ਹੈ। ਵੀ ਜਿਹੜੇ ਪ੍ਰਾਈਵੇਟ ਨੇਗੇ ਉਹੀ ਡਿਸਾਈਡ ਕਰਦੇ ਵੀ ਅਸੀਂ ਕਿੰਨਾ ਪ੍ਰੋਡਿਊਸ ਕਰਨਾ ਹੈ ਅਤੇ ਕਿਵੇਂ ਕਰਨਾ ਹੈ, ਠੀਕ ਹੈ। ਉਸ ਤੋਂ ਬਾਅਦ ਮਿਕਸਡ ਇਕਨੋਮੀ ਦੇ ਵਿੱਚ ਕੀ ਹੈ, ਦੋਨਾਂ ਦੇ ਹੱਥ ਵਿੱਚ ਹੁੰਦਾ ਹੈ, ਸਰਕਾਰ ਦੇ ਹੱਥ ਵਿੱਚ ਵੀ ਹੁੰਦਾ ਅਤੇ ਪ੍ਰਾਇਮਰੀ ਸੈਕਟਰ ਹੈ, ਜਿਹੜੀ ਪ੍ਰਾਇਮਰੀ ਸੈਕਟਰ ਦਾ ਕੰਪਨੀ ਦਾ ਮਾਲਕ ਹੈ ਉਹਦੇ ਹੱਥ ਵਿੱਚ ਵੀ ਹੁੰਦਾ ਵੀ ਅਸੀਂ ਕਿੰਨੀ ਪ੍ਰੋਡਕਸ਼ਨ ਕਰਨੀ ਹੈ ਅਤੇ ਲੋਕਾਂ ਦੀ ਨੀਡਸ ਕੀ ਨੇ। ਜਦੋਂ ਗੌਰਮੈਂਟ ਕੀ ਹੈ ਲੋਕਾਂ ਦੀਆਂ ਅਸੈਂਸ਼ਨਲ ਨੀਡਸ ਦੇਖਦੀ ਹੈ ਅਤੇ ਜਿਹੜੀ ਪ੍ਰਾਈਵੇਟ ਸੈਕਟਰ ਨੇ ਉਹ ਆਪਦੀ ਪ੍ਰੋਡਕਸ਼ਨ ਦੇਖਣੀ, ਤਾਂ ਦੋਨੇ ਜਦੋਂ ਆਪਸ ਦੇ ਵਿੱਚ ਮਿਲਦੇ ਨੇ ਤਾਂ ਸਾਡੀ ਇੰਡੀਆ ਦੇ ਵਿੱਚ ਮਿਕਸਡ ਇਕਨੋਮੀ ਹੈ, ਤਾਂ ਸਾਡੇ ਲੋਕਾਂ ਤੱਕ ਕੀ ਹੈ ਵਧੀਆ ਸਰਵਿਸਿਜ਼, ਗੁੱਡਸ ਐਂਡ ਸਰਵਿਸਿਜ਼ ਪਹੁੰਚਦੀਆਂ ਨੇ। ਉਸ ਤੋਂ ਬਾਅਦ ਆਉਂਦੀ ਹੈ ਹੋਰ ਇਕਨੋਮੀ ਦੀ ਗੱਲ ਕਰਦੇ, ਇੱਕ ਓਪਨ ਇਕਨੋਮੀ, ਇੱਕ ਕਲੋਜ਼ਡ ਇਕਨੋਮੀ। ਓਪਨ ਇਕਨੋਮਿਕ ਦੇ ਵਿੱਚ ਕੀ ਹੈਗਾ, ਐਨ ਇਕਨੋਮੀ ਇਜ਼ ਦੈਟ ਇੰਟਰੈਕਟਸ ਫਰੀਲੀ ਵਿਦ ਅਦਰ ਇਕਨੋਮੀਜ਼ ਅਰਾਊਂਡ ਦਾ ਵਰਲਡ, ਇਟ ਬਾਇਜ਼ ਐਂਡ ਸੈਲ। ਓਪਨ ਇਕਨੋਮੀ ਦੇ ਵਿੱਚ ਕੀ ਹੁੰਦਾ ਹੈ ਕਿ ਅਸੀਂ ਦੂਜੀਆਂ ਕੰਟਰੀ ਦੇ ਨਾਲ ਇੰਪੋਰਟ ਐਕਸਪੋਰਟ ਕਰਦੇ ਹਾਂ। ਕਲੋਜ਼ਡ ਇਕਨੋਮੀ ਦੇ ਵਿੱਚ ਅਸੀਂ ਨਹੀਂ ਕਰਦੇ। ਇੰਡੀਆ ਕੀ ਹੈ 1990 ਤੋਂ ਪਹਿਲਾਂ ਕਲੋਜ਼ਡ ਇਕਨੋਮੀ ਸੀਗੀ, ਆਜ਼ਾਦੀ ਤੋਂ ਪਹਿਲਾਂ ਕੀ ਹੈ ਇੱਕ ਤਰੀਕੇ ਨਾਲ ਕਲੋਜ਼ਡ ਇਕਨੋਮੀ ਸੀ। ਜਦੋਂ LPG ਦਾ ਕੰਸੈਪਟ ਆਇਆ ਡਾਕਟਰ ਮਨਮੋਹਨ ਸਿੰਘ ਜੀ ਨੇ ਦਿੱਤਾ ਹੈਗਾ 1990 ਦੇ ਵਿੱਚ, ਉਹ ਤੋਂ ਬਾਅਦ ਕੀ ਹੈ ਅਸੀਂ ਇੰਪੋਰਟ ਐਕਸਪੋਰਟ ਦੇ ਵਿੱਚ ਵਾਧਾ ਹੋਇਆ ਹੈਗਾ। ਉਦੋਂ ਤੋਂ ਅਸੀਂ ਹੋਰਾਂ ਕੰਟਰੀਆਂ ਨਾਲ ਇੰਪੋਰਟ ਐਕਸਪੋਰਟ ਕਰਨ ਲੱਗੇ ਹਾਂ, ਜਿਹਦੇ ਨਾਲ ਸਾਡੀ ਕੀ ਹੈ GDP ਦੇ ਵਿੱਚ ਵੀ ਕਾਫੀ ਹੈਰਾਨੀਜਨਕ ਵਾਧੇ ਹੋਏ ਸੀਗੇ। ਜਿਹੜਾ ਲੈਵਲ ਸਾਡਾ ਪੋਵਰਟੀ ਦਾ ਡਿੱਗਿਆ ਪਿਆ ਸੀ ਜਦੋਂ ਅਸੀਂ ਇੰਪੋਰਟ ਐਕਸਪੋਰਟ ਕਰਨ ਲੱਗੇ ਦੂਜੀਆਂ ਕੰਟਰੀਆਂ ਨਾਲ, ਤਾਂ ਪੋਵਰਟੀ ਲੈਵਲ ਦੇ ਵਿੱਚ ਕੀ ਹੈ ਚੇਂਜਸ ਆਇਆ ਸੀ, ਗਰੀਬੀ ਕੀ ਹੈ ਥੋੜ੍ਹੀ ਘੱਟ ਗਈ ਸੀ ਉਸ ਟਾਈਮ 1990 ਦੇ ਵਿੱਚ। ਅਸੀਂ GDP ਦੇ ਵਿੱਚ ਫੁੱਲ ਐਕਸਪਲੇਨੇਸ਼ਨ ਥੋੜ੍ਹੀ ਅੱਗੇ ਕਰਦੇ ਹਾਂ। ਉਸ ਤੋਂ ਬਾਅਦ ਗਲੋਬਲਾਈਜੇਸ਼ਨ ਕੀ ਹੈ, ਗਲੋਬਲਾਈਜੇਸ਼ਨ ਕੀ ਹੁੰਦੀ ਹੈਗੀ, ਇਜ਼ ਅ ਪ੍ਰੋਸੈਸ ਦੈਟ ਇਨਕੰਪਾਸਿਸ ਆ ਕਾਜ਼ਜ਼ ਐਂਡ ਕੋਰਸਿਸ ਐਂਡ ਕੌਨਸੀਕਿਊਟਿਵ ਟਰਾਂਸਲੇਸ਼ਨ ਐਂਡ ਟਰਾਂਸਕਲਚਰਲ ਇੰਟੀਗ੍ਰੇਸ਼ਨ ਆਫ ਹਿਊਮਨ ਐਂਡ ਨਾਨ ਹਿਊਮਨ ਐਕਟੀਵਿਟੀਜ਼। ਗਲੋਬਲਾਈਜੇਸ਼ਨ ਦੇ ਵਿੱਚ ਕੀ ਹੈ, ਇਹਦੇ ਵਿੱਚ ਅਸੀਂ ਸਾਰੀ ਦੁਨੀਆ ਦੇ ਨਾਲ ਠੀਕ ਹੈ ਇੰਟਰੈਕਸ਼ਨ ਕਰਦੇ ਹਾਂ, ਹਿਊਮਨ ਦੀ ਨੋਨ ਹਿਊਮਨ ਐਕਟੀਵਿਟੀ, ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਕਿਹਦੇ ਵਿੱਚ ਆਉਂਦੀਆਂ ਨੇ, ਗਲੋਬਲਾਈਜੇਸ਼ਨ ਦੇ ਵਿੱਚ ਆਉਂਦੀਆਂ ਨੇ। ਅਤੇ ਇੱਕ ਗੱਲ ਮੈਂ ਹੋਰ ਦੱਸਣੀ ਸੀ, ਓਪਨ ਇਕਨੋਮੀ ਦੇ ਵਿੱਚ ਕੀ ਹੈ ਪ੍ਰਾਈਜ਼ਿਜ਼ ਨੇ ਉਹ ਸਟੇਬਲ ਨਹੀਂ ਰਹਿੰਦੇ, ਉਹ ਵਾਧੇ ਘੱਟਦੇ ਰਹਿੰਦੇ ਨੇ, ਅਤੇ ਜਿਹਦੇ ਨਾਲ ਕਿ GDP ਦੇ ਵਿੱਚ ਕੀ ਵਾਸਟ ਚੇਂਜਸ ਆਉਂਦੇ ਨੇ। ਬਟ ਕਲੋਜ਼ਡ ਇਕਨੋਮੀ ਦੇ ਵਿੱਚ ਅਸੀਂ ਕੋਈ ਇੰਪੋਰਟ ਐਕਸਪੋਰਟ ਨਹੀਂ ਕਰਦੇ, ਇਸ ਕਰਕੇ GDP ਦੇ ਵਿੱਚ ਕੋਈ ਵੀ ਚੇਂਜਸ ਨਹੀਂ ਆਉਂਦੇ, ਠੀਕ ਹੈ। GDP ਦੀ ਕੀ ਗਰੋਥ ਨਹੀਂ ਹੁੰਦੀ ਹੈਗੀ, ਠੀਕ ਹੈ। ਇਹ ਸੈਲਫ ਸਫੀਸ਼ੀਐਂਟ ਕੰਟਰੀਜ਼ ਨੇ, ਉਹਨਾਂ ਦੇ ਵਿੱਚ ਕੀ ਹੈ ਕਲੋਜ਼ਡ ਇਕਨੋਮੀ ਪਾਈ ਜਾਂਦੀ ਹੈ। ਉਸ ਤੋਂ ਬਾਅਦ ਸਾਡੇ ਕੋਲ ਆਉਂਦਾ ਹੈ ਜੀ ਅੱਗੇ LPG ਦਾ ਕੰਸੈਪਟ। L ਮਤਲਬ ਲਿਬਰਲਾਈਜੇਸ਼ਨ, P ਮਤਲਬ ਪ੍ਰਾਈਵੇਟਾਈਜੇਸ਼ਨ, G ਮਤਲਬ ਗਲੋਬਲਾਈਜੇਸ਼ਨ। This LPG phenomena was first initiated on the Indian economy in 1990 when the Indian economy experienced a service crisis, so the government decided to introduce NIP, New Industrial Policy, in 1991। ਦੇਖੋ ਮੈਂ ਇਹਦੇ ਵਿੱਚ ਮੈਂ ਤੁਹਾਨੂੰ ਬਾਹਲਾ ਪੜ੍ਹ ਕੇ ਦੱਸਦੀ, ਮੈਂ ਸਿੱਧਾ ਦੱਸਦੀ ਹਾਂ LPG ਦੇ ਵਿੱਚ ਕੀ ਹੈ। 1990 ਦੇ ਵਿੱਚ ਕੀ ਸੀਗਾ, ਸਾਡੇ ਜਿਹੜਾ GDP ਦਾ ਲੈਵਲ ਸੀਗਾ ਜਮੀ ਕੀ ਹੈ ਭਾਰਤ ਕੀ ਹੈ ਕਰਜ਼ੇ ਦੇ ਵਿੱਚ ਡੁੱਬ ਚੁੱਕਿਆ ਸੀ ਇੰਡੀਆ, ਠੀਕ ਹੈ। ਤਾਂ ਉਸ ਤੋਂ ਵੀ ਸਮਝ ਨਹੀਂ ਆ ਰਿਹਾ ਸੀ ਵੀ ਕੀ ਕਰੀਏ, ਤਾਂ ਡਾਕਟਰ ਮਨਮੋਹਨ ਸਿੰਘ ਜੀ ਨੂੰ ਜਿਹੜੇ ਕਿ ਦਿੱਲੀ ਦੇ ਵਿੱਚ ਪ੍ਰੋਫੈਸਰ ਸੀਗੇ ਉਹਨਾਂ ਨੂੰ ਕੀ ਬੁਲਾਇਆ ਗਿਆ, ਇਕਨੋਮਿਕਸ ਦੇ ਪ੍ਰੋਫੈਸਰ ਸੀਗੇ, ਉਹਨਾਂ ਨੇ ਸਾਨੂੰ LPG ਦਾ ਕੰਸੈਪਟ ਦਿੱਤਾ, ਲਿਬਰਲਾਈਜੇਸ਼ਨ, ਪ੍ਰਾਈਵੇਟਾਈਜੇਸ਼ਨ ਐਂਡ ਗਲੋਬਲਾਈਜੇਸ਼ਨ। ਤਾਂ ਜੇ ਇਹਦੇ ਨਾਲ ਕੀ ਹੋਇਆ, ਜਦੋਂ ਅਸੀਂ ਹੋਰਾਂ ਕੰਟਰੀਆਂ ਨਾਲ ਇੰਪੋਰਟ ਐਕਸਪੋਰਟ ਕਰਨ ਲੱਗੇ ਤਾਂ ਸਾਡਾ ਕੀ ਜਿਹੜਾ ਪੋਵਰਟੀ ਦਾ ਲੈਵਲ ਸੀਗਾ ਉਹ ਘੱਟ ਗਿਆ ਅਤੇ ਅਸੀਂ ਕਰਜ਼ੇ ਦੇ ਵਿੱਚੋਂ ਬਾਹਰ ਨਿਕਲ ਗਏ ਸੀਗੇ। ਨਹੀਂ ਅਸੀਂ ਇੰਡੀਆ ਕੀ ਕਰਜ਼ੇ ਦੇ ਵਿੱਚ ਡੁੱਬਿਆ ਪਿਆ ਸੀ। ਇਹ ਕਿਹਦੇ ਕਰਕੇ ਅਸੀਂ ਨਿਕਲੇ, ਡਾਕਟਰ ਮਨਮੋਹਨ ਸਿੰਘ ਜੀ ਕਰਕੇ, ਠੀਕ ਹੈ। ਉਸ ਤੋਂ ਬਾਅਦ
ਰਿਮੂਵ ਕਰਤੇ ਸੀ ਜਿੰਨੇ ਵੀ ਇਕਨੋਮਿਕਸ ਦੇ ਰਜਿਸਟ੍ਰਿਕਸ਼ਨ ਸੀਗੀ, ਜਿੰਨੀਆਂ ਵੀ ਇਕਨੋਮਿਕਸ ਦੇ ਵੀ ਅਸੀਂ ਹੋਰਾਂ ਨਾਲ ਕਰਦੇ ਨੇ ਉਹ ਸਾਰੇ ਰਿਮੂਵ ਕਰਤੇ ਸੀ। ਉਸ ਤੋਂ ਬਾਅਦ ਗਲੋਬਲਾਈਜੇਸ਼ਨ ਦਾ ਦੁਬਾਰਾ ਹੀ ਦੇਖ ਲਓ। Globalization, it essentially means integration of the national economy with the world economy. It implies the free flow of information, ideas, technology, goods and services. It increases connectivity between different markets in the form of trade, investment and cultural exchange. ਗਲੋਬਲਾਈਜੇਸ਼ਨ ਦੇ ਵਿੱਚ ਕੀ ਹੈ, ਇਹਦੇ ਵਿੱਚ ਅਸੀਂ ਸਮਾਨ ਇੱਕ ਦੂਜੇ ਨੂੰ ਭੇਜਦੇ ਅਤੇ ਲੈਂਦੇ ਹੈਗੇ। ਇਸ ਨਾਲ ਇਹਦੇ ਵਿੱਚ ਕੀ ਹੈ, ਅਸੀਂ ਆਈਡੀਆਜ਼, ਇਨਫੋਰਮੇਸ਼ਨ ਵੀ ਆਪਦੇ ਭੇਜਦੇ ਹਾਂ, ਠੀਕ ਹੈ। ਇਹਨੂੰ ਨੈਸ਼ਨਲ ਇਕਨੋਮੀ ਨੂੰ ਕੀ ਹੈ, ਵਰਲਡ ਇਕਨੋਮੀ ਦੇ ਵਿੱਚ ਕੀ ਕਰਤਾ ਸੀ, ਇੰਟੀਗ੍ਰੇਟ ਕਰਤਾ ਸੀ, ਇਹਦੇ ਵਿੱਚ ਮਤਲਬ ਜੋੜਤਾ ਸੀਗਾ। ਜਿਵੇਂ ਹੁਣ ਸਾਡੇ ਦੇਖੋ ਕਰੋਨਾ ਦੀ ਵੈਕਸੀਨ ਲੱਗੀ ਹੈ, ਠੀਕ ਹੈ। ਕਰੋਨਾ ਦੀ ਵੈਕਸੀਨ ਬਣੀ ਹੈ ਅਮੈਰੀਕਾ ਦੇ ਵਿੱਚ ਬਣੀ ਹੈ, ਹੈ ਨਾ, ਚਾਈਨਾ ਵਗੈਰਾ ਦੇ ਵਿੱਚ ਬਣੀ ਹੈ। ਆਪਣੇ ਇੱਥੇ ਇੰਡੀਆ ਦੇ ਵਿੱਚ ਨਹੀਂ ਬਣੀ। ਆਪਣੇ ਫਿਰ ਆਪਾਂ ਕੀ ਹੈ, ਉੱਧਰੋਂ ਆਪਾਂ ਨੂੰ ਕਿਵੇਂ ਪਤਾ ਲੱਗਿਆ ਵੀ ਉਹਨਾਂ ਨੇ ਬਣਾ ਲਈ ਵੈਕਸੀਨ, ਉਹ ਟੈਕਨੋਲੋਜੀ ਤੋਂ ਬਣਿਆ। ਇਨਫੋਰਮੇਸ਼ਨ ਆਈ ਹੈ ਆਪਣੇ ਤੱਕ, ਫਲੋ ਆਫ ਇਨਫੋਰਮੇਸ਼ਨ ਆਈ ਹੈ ਅਤੇ ਆਈਡੀਆਜ਼ ਉਹਨਾਂ ਤੋਂ ਮਿਲੇ ਨੇ, ਹੈ ਨਾ। ਤਾਂ ਉਸ ਤਰੀਕੇ ਨਾਲ ਕੀ ਹੈ, ਇਹ ਜਿਹੜੇ ਗਲੋਬਲਾਈਜੇਸ਼ਨ ਦੇ ਵਿੱਚ ਆਉਂਦਾ ਇਹ, ਹੈ ਨਾ। ਤਾਂ ਸਾਡੇ ਤੱਕ ਕੀ ਕਰੋਨਾ ਦੀ ਵੈਕਸੀਨ ਹੈ ਜਿਹੜੀ ਪਹੁੰਚ ਚੁੱਕੀ ਹੈ। ਇਹ ਕੀ ਹੈ, ਇਹ ਕਿਹਦੇ ਥਰੂ ਆਈ ਹੈ, ਗਲੋਬਲਾਈਜੇਸ਼ਨ ਦਾ ਇਹ ਹਿੱਸਾ ਹੈਗਾ, ਠੀਕ ਹੈ। ਹੁਣ ਗਲੋਬਲਾਈਜੇਸ਼ਨ ਦੇ ਵਿੱਚ ਦੇਖੋ ਕਰੋਨਾ ਵੈਕਸੀਨ ਆਈ ਹੈ, ਅਸੀਂ ਕੀ ਇੰਪੋਰਟ ਕੀਤੀ ਹੈ ਬਾਹਰਲੇ ਦੇਸ਼ਾਂ ਤੋਂ, ਠੀਕ ਹੈ। ਤਾਂ ਇਹ ਇਹਦੇ ਵਿੱਚ ਆਉਂਦੀ ਹੈ ਇਸ ਤਰੀਕੇ ਨਾਲ, ਠੀਕ ਹੈ, ਸਮਝ ਆਈ ਹੋਗੀ। ਉਸ ਤੋਂ ਬਾਅਦ ਪ੍ਰਾਈਵੇਟਾਈਜੇਸ਼ਨ ਮਤਲਬ ਕੀ ਹੈਗਾ, ਜਿੰਨੇ ਵੀ ਪਬਲਿਕ ਸੈਕਟਰ ਨੇ ਉਹਨਾਂ ਨੂੰ ਕੀ ਹੈ, ਪ੍ਰਾਈਵੇਟ ਕਰ ਦਿਓ, ਪ੍ਰਾਈਵੇਟ ਸੈਕਟਰ ਬਣਾ ਦਿਓ, ਠੀਕ ਹੈ। ਐਜ਼ ਵੈਲ ਇਹਦੇ ਵਿੱਚ ਪ੍ਰਾਈਵੇਟ ਕਰ ਦਿਓ, ਇਹਨਾਂ ਨੇ ਇਹ ਕਿਹਾ ਸੀ ਪ੍ਰਾਈਵੇਟਾਈਜੇਸ਼ਨ ਦੇ ਵਿੱਚ। ਇਨ ਬਿਜ਼ਨਸ ਟਰਾਂਸਫਰ ਓਨਰਸ਼ਿਪ ਹੈ ਜਿਹੜੀ ਕੀ ਹੈ ਪਬਲਿਕ ਸੈਕਟਰ ਤੋਂ ਪ੍ਰਾਈਵੇਟ ਸੈਕਟਰ ਦੇ ਵਿੱਚ ਕੀ ਹੈ ਟਰਾਂਸਫਰ ਕਰ ਦਿਓ। ਉਸ ਤੋਂ ਬਾਅਦ ਕੁਛ ਇੰਪੋਰਟੈਂਟ MCQs ਨੇ, ਉਹ ਦੇਖੋ। ਦਾਸ ਕੈਪੀਟਲ ਬੁੱਕ ਰਿਟਨ ਬਾਏ ਕਿਹਦੇ ਬਾਰੇ, ਕਿਹਨੇ ਲਿਖੀ, ਕਾਰਲ ਮਾਰਕਸ ਨੇ। LPG ਰਿਫੋਰਮ ਕਿਹਨੇ ਇੰਟਰੋਡਿਊਸ ਕੀਤੀ ਸੀ 1991 ਦੇ ਵਿੱਚ। ਹੂ ਵਾਜ਼ ਅ ਫਾਈਨੈਂਸ ਮਿਨਿਸਟਰ ਡਿਊਰਿੰਗ LPG ਰਿਫੋਰਮਸ, ਡਾਕਟਰ ਮਨਮੋਹਨ ਸਿੰਘ। ਹੂ ਵਾਜ਼ ਅ PM ਡਿਊਰਿੰਗ LPG, ਜਦੋਂ LPG ਦਾ ਕੰਸੈਪਟ ਆਇਆ ਤਾਂ ਪ੍ਰਧਾਨ ਮੰਤਰੀ ਕੌਣ ਸੀ, PV ਨਰਸਿਮਹਾ ਰਾਓ। ਗਿਵ ਐਨ ਐਗਜ਼ਾਮਪਲ ਆਫ ਸਕਾਲਿਸ਼ ਇਕਨੋਮੀ, ਸਕਾਲਿਸ਼ ਇਕਨੋਮੀ ਦੀ ਐਗਜ਼ਾਮਪਲ ਚਾਈਨਾ ਹੈ। ਇੰਡੀਆ ਦੇ ਵਿੱਚ ਕਿਹੜੀ ਇਕਨੋਮੀ ਹੈ, ਮਿਕਸਡ ਇਕਨੋਮੀ ਹੈ। When no import export happens in an economy but we call that economy, ਜਦੋਂ ਅਸੀਂ ਉਹ ਇਕਨੋਮੀ ਜਿਹਦੇ ਵਿੱਚ ਅਸੀਂ ਨਾ ਇੰਪੋਰਟ ਕਰਦੇ ਹਾਂ ਨਾ ਐਕਸਪੋਰਟ ਕਰਦੇ ਹਾਂ, ਉਹਨੂੰ ਕਿਹੜੀ ਇਕਨੋਮੀ ਕਹਿੰਦੇ ਨੇ, ਕਲੋਜ਼ਡ ਇਕਨੋਮੀ। ਹੂ ਵਾਜ਼ ਦ ਫਸਟ ਇਨ ਇੰਡੀਆ ਟੂ ਮੇਜਰ ਪਰ ਕੈਪੀਟਾ ਇਨਕਮ, ਦਾਦਾ ਭਾਈ ਨੌਰੋਜੀ, ਠੀਕ ਹੈ, ਬਹੁਤ ਫੇਮਸ ਨੇ। ਉਸ ਤੋਂ ਬਾਅਦ ਇੰਪੋਰਟੈਂਟ ਬੁੱਕ ਕਿਹੜੀ ਹੈ, ਦਾਦਾ ਭਾਈ ਨੌਰੋਜੀ ਦੀ ਪਾਵਰਟੀ ਐਂਡ ਅਨਬ੍ਰਿਟਿਸ਼ ਰੂਲ ਇਨ ਇੰਡੀਆ, 20 ਰੁਪੀਜ਼ ਪਰ ਕੈਪੀਟਲ ਇਨਕਮ ਇਹਨਾਂ ਨੇ ਮੈਂਸ਼ਨ ਕੀਤੀ ਸੀ। ਉਸ ਤੋਂ ਬਾਅਦ GDP ਅਸੀਂ ਨੈਕਸਟ ਵੀਡੀਓ ਦੇ ਵਿੱਚ ਕਰਾਂਗੇ, ਨਹੀਂ ਕਾਫੀ ਲੰਬੀ ਵੀਡੀਓ ਹੋ ਜਾਏਗੀ, ਨੈਕਸਟ ਪਾਰਟ ਦੇ ਵਿੱਚ ਕਰਾਂਗੇ। ਆਈ ਹੋਪ ਤੁਹਾਨੂੰ ਇੱਥੇ ਤੱਕ ਸਾਰਾ ਸਮਝ ਆਇਆ ਹੋਊਗਾ। ਇਹਨੂੰ ਤੁਸੀਂ ਇਸਕੇ ਨੋਟ ਕਰ ਲਿਓ, ਮੈਂ ਟੈਲੀਗ੍ਰਾਮ ਦਾ ਲਿੰਕ ਨੀਚੇ ਦਊਂਗੀ, ਉੱਥੋਂ ਤੁਸੀਂ PDF ਡਾਊਨਲੋਡ ਕਰ ਲਿਓ। ਅਤੇ ਨੈਕਸਟ ਪਾਰਟ ਦੀ ਜੇ ਤੁਸੀਂ ਵੀਡੀਓ ਦੇਖਣਾ ਉਹਦੇ ਲਈ ਸਾਡਾ ਚੈਨਲ ਕੀ ਹੈ ਸਬਸਕ੍ਰਾਈਬ ਕਰ ਦਿਓ, ਸ਼ੇਅਰ ਕਰ ਦਿਓ, ਲਾਈਕ ਕਮੈਂਟ ਕਰਕੇ ਦੱਸਿਓ ਕਿਵੇਂ ਦੀ ਲੱਗੀ। ਥੈਂਕਸ ਫॉर ਵਾਚਿੰਗ।